ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਮੈਂ ਦਾ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਨਵੰਬਰ 2025 23 ਕੱਤਕ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹੇਵਰਡ ਕੈਲੀਫੋਰਨੀਆ ਤੋਂ ਬੀਬੀ ਨਵਦੀਪ ਕੌਰ ਸੇਖੋ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਨਵਦੀਪ ਕੌਰ ਸੇਖੋ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ ਦਾ ਪਹਿਲਾ ਹਫਤਾ ਨਵੰਬਰ 84 ਵਿੱਚ ਦਿੱਲੀ ਅਤੇ ਭਾਰਤ ਭਰ ਵਿੱਚ ਸਿੱਖ ਨਸਲਕੁਸ਼ੀ ਦਾ ਸ਼ਿਕਾਰ 30,000 ਤੋਂ ਜ਼ਿਆਦਾ ਮਾਸੂਮ ਸ਼ਹਿਰੀਆਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ। ਸੋ ਦਿੱਲੀ ਤਖਤ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਜੂਨ 84 ਦਾ ਘੱਲੂਘਾਰਾ ਅਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਕੇ ਇਹ ਭਰਮ ਪਾਲਿਆ ਸੀ ਕਿ ਸਿੱਖ ਕੌਮ ਦੇ ਗੋਡੇ ਲਵਾ ਦਿੱਤੇ ਨੇ। ਪਰ ਗੁਰੂਆਂ ਦੀ ਸਾਜੀ ਸਿੱਖ ਕੌਮ ਰਾਖ ਦੇ ਢੇਰ ਵਿੱਚੋਂ ਨਵੀਂ ਜ਼ਿੰਦਗੀ ਲੈ ਕੇ ਨਿਕਲੀ ਔਰ ਕੌਮੀ ਅਣਖ ਅਤੇ ਗੈਰਤ ਦੀ ਪ੍ਰਤੀਕ ਸਿੱਖ ਨੌਜਵਾਨੀ ਨੇ ਜਿੱਥੇ ਜ਼ਾਲਮਾਂ ਨੂੰ ਸਜ਼ਾ ਜਾਫਤਾ ਕੀਤਾ, ਉੱਥੇ ਕੌਮੀ ਘਰ ਖਾਲਿਸਤਾਨ ਦੀ ਜੰਗ ਨੂੰ ਵੀ ਪ੍ਰਚੰਡ ਕੀਤਾ। ਸੋ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਸਰਦਾਰ ਜਤਿੰਦਰ ਸਿੰਘ ਜੀ ਦੀ ਇੱਕ ਲਿਖਤ ਜਿਹੜੀ ਆ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਦੁਸ਼ਮਣ ਸਾਡੇ ਘਰ ਸਾੜ ਸਕਦਾ ਹੈ ਪਰ ਸਾਡਾ ਵਿਸ਼ਵਾਸ ਨਹੀਂ, ਸਾਡੇ ਰੋਣ ਤੇ ਵੀ ਪਾਬੰਦੀ ਲਗਾ ਸਕਦਾ ਹੈ ਪਰ ਸਾਡੀ ਜ਼ਮੀਰ ਜਿੰਦਾ ਹੈ। ਖਾਲਸਾ ਚੜ੍ਹਦੀ ਕਲਾ ਵਿੱਚ ਹੈ ਔਰ ਚੜ੍ਹਦੀ ਕਲਾ ਵਿੱਚ ਹੀ ਰਹੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰਨੀ ਨਵਦੀਪ ਕੌਰ ਸੇਖੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਘੱਟ ਸਿੱਖ ਬੀਬੀਆਂ ਨੇ ਜਿਨ੍ਹਾਂ ਦੇ ਵਿੱਚ ਸਿਆਸੀ ਸ਼ਹੂਰ ਵੀ ਹੁੰਦਾ, ਸਿਆਸੀ ਸਮਝ ਵੀ ਹੁੰਦੀ ਹੈ ਔਰ ਉਸ ਦੇ ਲਈ ਉਹ ਆਪਣਾ ਬਣਦਾ ਯੋਗਦਾਨ ਵੀ ਪਾਉਣਾ ਚਾਹੁੰਦੇ ਨੇ। ਬਿਲਕੁਲ। ਬੀਬੀ ਨਵਦੀਪ ਕੌਰ, ਇਹਨਾਂ ਦੇ ਨਾਲ ਜਦੋਂ ਤੋਂ ਮੇਰਾ ਸੰਪਰਕ ਹੋਇਆ ਉਦੋਂ ਅਜੇ ਟੀਵੀ 84 ਤੋਂ ਵੀ ਪਹਿਲਾਂ ਦੀ ਗੱਲ ਹੈ ਔਰ ਮੈਂ ਦੇਖਿਆ ਕਿ ਵੀ ਇਹ ਸਿੱਖੀ ਜਜ਼ਬੇ ਨਾਲ ਔਰ ਖ਼ਾਸ ਤੌਰ 'ਤੇ ਪੋਲੀਟੀਕਲੀ ਖਾਲਿਸਤਾਨ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਨਾ ਸਿਰਫ ਸਮਝਦੇ ਨੇ ਪਰ ਉਸ ਦੇ ਲਈ ਆਪਣਾ ਕੁਛ ਨਾ ਕੁਛ ਰੋਲ ਵੀ ਅਦਾ ਕਰਦੇ ਨੇ, ਯੋਗਦਾਨ ਵੀ ਪਾਉਂਦੇ ਨੇ। ਔਰ ਜਿੱਥੇ ਕਿਤੇ ਵੀ ਕੋਈ ਪ੍ਰੋਟੈਸਟ ਹੈ, ਕੋਈ ਸੈਮੀਨਾਰ ਹੈ, ਈਵਨ ਫਾਰ ਆਫ ਪਲੇਸਿਸ, ਜਦੋਂ ਟੋਰਾਂਟੋ ਦੇ ਵਿੱਚ ਸਮਾਗਮ ਖਾਲਿਸਤਾਨ ਨਾਲ ਸੰਬੰਧਿਤ ਹੋਇਆ ਉਸ 'ਚ ਵੀ ਇਹਨਾਂ ਦੀ ਪਾਰਟੀਸਪੇਸ਼ਨ ਰਹੀ। ਜਿੰਨੀਆਂ ਪੈਰੇਡਸ ਸੈਨ ਫਰਾਂਸਿਸਕੋ 'ਚ ਹੁੰਦੀਆਂ ਨੇ ਉਹਨਾਂ 'ਚ ਇਹਨਾਂ ਦੀ ਪਾਰਟੀਸਪੇਸ਼ਨ ਹੁੰਦੀ ਹੈ। ਔਰ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਵੀ ਹਰ ਸਾਲ ਇਹ ਆਉਂਦੇ ਨੇ ਆ ਕੇ ਟੀਵੀ 84 ਦੇ ਤੁਹਾਨੂੰ ਵੀ ਮਿਲੇ, ਬਾਕੀਆਂ ਨੂੰ ਵੀ ਸਾਰਾ ਹੌਸਲਾ ਵੀ ਦਿੰਦੇ ਨੇ। ਬਿਲਕੁਲ। ਔਰ ਰੈਗੂਲਰ ਕੰਟਰੀਬਿਊਟਰ ਵੀ ਨੇ। ਇਸ ਵਾਰ ਵੀ ਉਹਨਾਂ ਨੇ ਟੀਵੀ 84 ਦੇ ਜਿਹੜਾ ਟੈਂਟ ਦੇ ਵਿੱਚ ਆਏ ਔਰ ਬੜੀ ਗ੍ਰੇਸਫੁਲੀ
ਜਿਹੜਾ ਉਹਨਾਂ ਨੇ ਜਿੱਥੇ ਉਹ ਐਪਰੀਸ਼ੀਏਟ ਕਰਦੇ ਨੇ TV 84 ਦੀਆਂ ਸਰਵਿਸਿਜ਼ ਨੂੰ, ਬਿਲਕੁਲ ਉੱਥੇ ਉਹ ਲਿਬਰਲੀ ਕੰਟਰੀਬਿਊਟ ਵੀ ਕਰਦੇ ਨੇ। ਔਰ ਅਕਸਰ ਮੇਰਾ ਜਦੋਂ ਵੀ ਮੈਂ ਇਸ ਆਪਣੀ ਮੂਵਮੈਂਟ ਦੇ ਹਵਾਲੇ ਨਾਲ ਦੇਖਦਾ, ਬੇਸ਼ੱਕ ਅਸੀਂ ਅਜੋਕੇ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਆਪਣੀਆਂ ਬਹਾਦਰ ਮਾਤਾਵਾਂ ਦੇ ਰੋਲ ਦੀ ਗੱਲ ਕਰਦੇ ਹਾਂ, ਅਸੀਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਲਾਵਾਂ ਲਈਆਂ ਔਰ ਇਹ ਦੱਸਿਆ, ਅਲੋਕਾਰ ਲਫ਼ਜ਼ ਆਪਣੇ ਆਪ ਦੇ ਵਿੱਚ ਹੀ ਅਲੋਕਾਰ ਹੈ ਕਿ ਸੁਹਾਗਣਾ ਤਾਂ ਹੋਰ ਨੇ, ਲੇਕਿਨ ਇਹ ਅਲੋਕਾਰ ਸੁਹਾਗਣ ਜਿਹੜਾ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਸ਼ਾਇਦ ਇਹ ਟਾਈਟਲ ਪਹਿਲਾਂ ਕਦੇ ਕਿਸੇ ਨੂੰ ਨਹੀਂ ਮਿਲਿਆ। ਕੁਰਬਾਨੀਆਂ ਤਾਂ ਇਸ ਕਦਰ ਰਹੀਆਂ ਸਿੰਘਣੀਆਂ ਦੀਆਂ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਸ ਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੀ, ਸੋ ਉਹਦੇ 'ਚ ਸੀਸ ਦੇਣਾ ਵੀ ਹੈ, ਬੰਦ ਕਟਾਉਣ ਦਾ ਵੀ ਹੈ। ਔਰ ਜਦੋਂ ਅਸੀਂ ਈਵਨ 18ਵੀਂ ਸਦੀ ਦੇ ਉਸ ਦੌਰ ਦੇ ਵਿੱਚ ਵੀ ਦੇਖਦੇ ਹਾਂ ਤੇ ਜਦੋਂ ਇਹ ਲਫ਼ਜ਼ ਕਦੇ ਦੁਹਰਾਏ ਜਾਂਦੇ ਸੀ ਕਿ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਹੁਣ ਇਹ ਉਹ ਪੀਰੀਅਡ ਹੈ। ਔਰ ਅੱਜ ਜਦੋਂ ਅਸੀਂ ਇੱਕ ਪਾਸੇ ਡਿਕਲਾਈਨ ਵੀ ਦੇਖਦੇ ਹਾਂ ਉਹਨਾਂ ਦੇ ਨਾਲ ਹੀ, ਜਦੋਂ ਅਸੀਂ ਇੱਕ ਪਾਸੇ ਚੜ੍ਹਤ ਦੀ ਗੱਲ ਹੈ ਜਿਹਦੇ 'ਚ ਸਿੰਘ ਸਿੰਘਣੀਆਂ ਜਿਹੜੇ ਸੱਚਮੁੱਚ ਹੀ ਕੌਮ ਨੂੰ ਸਮਰਪਿਤ ਨੇ, ਗੁਰੂ ਨੂੰ ਪਿਆਰ ਕਰਦੇ ਨੇ, ਸਿੱਖੀ ਵੈਲਿਊਜ਼ ਨੇ, ਪਰ ਇੱਕ ਪਾਸੇ ਅਸੀਂ ਡਿਕਲਾਈਨ ਵੀ ਦੇਖਦੇ ਹਾਂ। ਔਰ ਉਹ ਡਿਕਲਾਈਨ ਔਰ ਇਹ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਮਾਂ ਦੇ ਉੱਤੇ ਆਰਟੀਕਲ ਲਿਖੇ ਜਾਂਦੇ ਸੀ ਜਾਂ ਐਸੇ ਲਿਖਣ ਲਈ ਕਿਹਾ ਜਾਂਦਾ ਸੀ ਤਾਂ ਕਿਸੇ ਰੂਸ ਦੇ ਫਿਲਾਸਫਰ ਨੂੰ ਕੋਟ ਕੀਤਾ ਜਾਂਦਾ ਸੀ ਕਿ ਉਹਨੇ ਕਿਹਾ ਕਿ ਵੀ ਮੈਨੂੰ ਚੰਦ ਕੁਛ ਅਨੁਭਵੀ ਮਾਤਾਵਾਂ ਦੇ ਦਿਓ ਤੇ ਮੈਂ ਇੱਕ ਨਵਾਂ ਨੇਸ਼ਨ ਸਿਰਜ ਦਿਆਂਗਾ। ਕਹਿਣ ਦਾ ਮਤਲਬ ਇਹ ਸੀ ਕਿ ਜਿਸ ਸਮਾਜ ਜਾਂ ਸੁਸਾਇਟੀ ਦੇ ਵਿੱਚ ਔਰਤ ਜਿਹੜੀ ਹੈ ਉਹ ਕਿਰਦਾਰ ਦੇ ਪੱਖੋਂ, ਵਿਦਵਤਾ ਦੇ ਪੱਖੋਂ, ਸਿਦਕ ਦੇ ਪੱਖੋਂ ਔਰ ਸਮਾਜ ਉਸਾਰੀ ਦੇ ਪੱਖੋਂ, ਕਿਉਂਕਿ ਔਰਤ ਦੇ ਨਾਲ ਆਲਮੋਸਟ 4 ਜਨਰੇਸ਼ਨਾਂ ਉਸ ਦਾ, ਉਹ ਜਿਵੇਂ ਬੀਬੀ ਬਰਾੜ ਨੇ, ਮਹਿੰਦਰ ਕੌਰ ਰਿਟਾਇਰਡ ਪ੍ਰਿੰਸੀਪਲ, ਉਹ ਬਹੁਤ ਸੋਹਣੀ ਗੱਲ ਉਹਨਾਂ ਨੇ ਇਹ ਕਹੀ। ਉਹ ਕਹਿੰਦਾ ਕਿ ਭਾਈ ਇੱਕ ਪਾਸੇ ਜਿਹੜਾ ਬੱਚੀਆਂ ਨੂੰ ਘਰ ਦੇ ਵਿੱਚ ਹਮੇਸ਼ਾ ਇਹ ਤਰਬੀਅਤ ਦਿੱਤੀ ਜਾਂਦੀ ਹੈ, ਮਾਂ ਖਾਸ ਤੌਰ ਤੇ ਕਹੇਗੀ ਕਿ ਤੂੰ ਬਗਾਨੇ ਘਰ ਜਾਣਾ, ਤੂੰ ਇਵੇਂ ਕਰਨਾ, ਤੂੰ ਉਹਨੂੰ ਪੂਰਾ ਜਿਹੜਾ ਉਹ ਉਸ ਨੂੰ ਘੜਿਆ ਜਾਂਦਾ। ਪਰ ਕਹਿੰਦੇ ਵੀ ਇਹ ਪੈਮਾਨਾ ਜਿਹੜਾ ਹੈ ਇਹ ਮੁੰਡਿਆਂ ਤੇ ਲਾਗੂ ਨਹੀਂ ਹੁੰਦਾ ਕਿ ਭਾਈ ਉਹਨੂੰ ਜਿਹੜਾ, ਔਰ ਉਸੇ ਉੱਤੇ ਹੀ ਇੱਕ ਅਲਾਮਾ ਇਕਬਾਲ ਦੇ ਨਾਂ ਦੇ ਉੱਤੇ ਦੁਆ, ਜਿਸ ਨੂੰ ਬਾਅਦ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਜਿਹੜੀ ਹੈ ਉਹ ਅਜੋਕੀ ਦੁਆ ਬਣਾ ਦਿੱਤਾ, ਤੇ ਉਸ 'ਚ ਉਹਦੇ ਗੀਤ ਦੇ ਬੋਲ ਹੀ ਇਹ ਨੇ ਕਿ ਵੀ ਰੱਬ ਨੇ ਬੰਦਾ ਬਣਾ ਕੇ ਤਾਂ ਭੇਜਿਆ ਪਰ ਤੈਨੂੰ ਇਨਸਾਨ ਮੈਂ ਬਣਾਉਣਾ। ਸੋ ਜ਼ਾਹਰ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ, ਔਰ ਬਹੁਤ ਵਾਰੀ ਹੋਏਗਾ ਜੀ, ਉਹ ਬੀਬੀਆਂ ਕਹਿਣਗੀਆਂ ਕਿ ਸਾਡੇ 3 ਬੱਚੇ ਨੇ, ਉਹ ਕਹਿਣਗੇ ਜੀ 2 ਤਾਂ ਉਹ ਨੇ, ਉਹ ਕਹਿੰਦੇ ਮੇਰਾ ਪਤੀ ਵੀ ਬੱਚੇ ਵਾਂਗ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 4 ਜਨਰੇਸ਼ਨਾਂ ਉਹਦੇ 'ਚ ਬੱਚੀ ਦੇ ਨਾਲ ਬਾਪ ਦਾ ਇੱਕ ਆਪਣਾ ਜਿਹੜਾ ਉਸ ਕਿਸਮ ਦਾ ਜਿਹੜਾ ਲਾਡੋ ਲਫ਼ਜ਼ ਹੈ ਜਾਂ ਦੂਸਰਾ, ਇਹਦੇ ਬੜੇ ਡੂੰਘੇ ਮਤਲਬ ਨੇ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਜੀ ਪ੍ਰੋਪਰਟੀ 'ਚ ਹੱਕ 1950 'ਚ ਮਿਲਿਆ ਜਾਂ ਦੂਜਾ ਮਿਲਿਆ, ਪਰ ਔਰਤ ਘਰ, ਇਹ ਵੀ ਕਿਹਾ ਜਾਂਦਾ ਵੀ ਘਰ ਔਰਤ ਦੇ ਨਾਲ ਹੀ ਹੁੰਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਤਹਿਜ਼ੀਬ, ਕੋਈ ਸੱਭਿਅਤਾ, ਕੋਈ ਵੈਲਿਊ ਸਿਸਟਮ ਅੱਗੇ ਤੁਰਦਾ ਤੇ ਉਹ ਵੀ ਔਰਤ ਦੇ ਨਾਲ ਹੀ ਤੁਰਦਾ। ਔਰ ਉਹ ਭਰਾ ਹੋਏ, ਪੁੱਤਰ ਹੋਏ, ਪਤੀ ਹੋਏ, ਪਿਤਾ ਹੋਏ, ਉਹ ਸਾਰੇ ਹੀ ਪ੍ਰਭਾਵਿਤ ਹੁੰਦੇ ਨੇ। ਔਰ ਜਦੋਂ ਅਸੀਂ ਤਬਦੀਲੀ ਦੀ ਗੱਲ ਕਰਦੇ ਹਾਂ, ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਜੇ 50% ਦੇ ਲਗਭਗ ਜਿਹੜਾ ਹੈ ਉਹ ਵਿਮਨ ਫੋਕ, ਕੁਦਰਤ ਨੇ ਇਹ ਬਣਾਇਆ ਹੋਇਆ ਜੋੜੇ ਜਿਵੇਂ ਬਣਾਏ ਨੇ, ਵੱਖਰੀ ਕਹਾਣੀ ਹੈ ਕਿ ਫੀਮੇਲ ਇਨਫੈਂਟੀਸਾਈਡ ਕਰਕੇ ਅਸੀਂ ਉਸ ਨੂੰ 1000 ਵਰਸਸ 800 ਕਰ ਦਈਏ ਜਾਂ ਹੁਣ 850 ਹੋ ਗਿਆ ਪੰਜਾਬ ਦੇ ਹਵਾਲੇ ਨਾਲ। ਇਹਦੇ ਲਈ ਅਸੀਂ ਕਾਤਲ ਔਰ ਗੁਨਾਹਗਾਰ ਹੈ। ਪਰ ਜੇ ਅੱਧਾ ਜਿਹੜਾ ਸਮਾਜ ਹੈ ਉਹ ਪਾਰਟਿਸਪੈਂਟ ਨਹੀਂ ਹੈ, ਜੋ ਵੀ ਸਾਡੀ ਮੂਵਮੈਂਟ ਹੈ ਜਾਂ ਈਵਨ ਵੈਲਿਊ ਸਿਸਟਮ ਹੈ, ਉਹਨਾਂ ਨੂੰ ਅਸੀਂ ਲੈਫਟ ਆਊਟ ਕੀਤਾ ਹੋਇਆ ਤੇ ਅਸੀਂ ਪਹਿਲਾਂ ਹੀ ਲੂਜ਼ਰ ਹੈ। ਅੱਧਾ ਤਾਂ ਅਸੀਂ ਪਹਿਲਾਂ ਹੀ ਉਸ ਲੜਾਈ ਨੂੰ ਲੂਜ਼ ਕੀਤਾ। ਸੋ ਮੈਨੂੰ ਹਮੇਸ਼ਾ ਹੀ, ਮੈਂ ਬਹੁਤ ਐਡਮਾਇਰ ਕਰਦਾ ਜਿਹੜੀਆਂ ਸਾਡੀਆਂ ਬੀਬੀਆਂ, ਭੈਣਾਂ, ਬੱਚੀਆਂ, ਮਾਤਾਵਾਂ ਉਤਸ਼ਾਹ ਦੇ ਨਾਲ ਇਹ ਸਾਰੇ ਮੂਵਮੈਂਟ ਦਾ ਹਿੱਸਾ ਨੇ। ਪਿਛਲੇ ਦਿਨਾਂ 'ਚ
ਸਾਡੇ ਵੀਰ ਕੱਲ ਸਰ ਹਰਪ੍ਰੀਤ ਸਿੰਘ ਸੰਧੂ, ਉਹਨਾਂ ਦੇ ਬਿਰਧ ਮਾਤਾ ਜੀ ਨੇ 90 ਇਅਰਸ ਤੱਕ ਦੀ ਉਮਰ ਹੋਣੀ ਹੈ, ਔਰ ਉਹਨਾਂ ਦੇ ਨਾਲ ਵੀ ਗੁਰਪੁਰਬ ਦੀਆਂ ਉਹਨਾਂ ਨੇ ਵਧਾਈਆਂ ਦਿੱਤੀਆਂ, ਔਰ ਉਹਨਾਂ ਨਾਲ ਗੱਲਬਾਤ ਕਰਕੇ ਸਵਾਦ ਆ ਜਾਂਦਾ, ਸਿੱਖਣ ਨੂੰ ਵੀ ਮਿਲਦਾ ਹੈ। ਹਾਈਲੀ ਐਜੂਕੇਟਡ ਨੇ, ਬੜੀ ਸਫਿਸਟੀਕੇਟ ਫੈਮਿਲੀ, ਆਪਣੇ ਨਾਨਕਿਆਂ ਵੱਲੋਂ ਨਕਈ ਮਿਸਲ ਦੇ ਨਾਲ ਜੁੜੇ ਹੋਏ, ਔਰ ਜਿਹੜੀ ਡਿਟਰਮੀਨੇਸ਼ਨ, ਔਰ ਜਦੋਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਈਆਂ ਸੈਨ ਫਰਾਂਸਿਸਕੋ ਦੇ 'ਚ ਆਏ, ਔਰ ਹਰਪ੍ਰੀਤ ਸਿੰਘ ਕਹਿਣ ਵੀ ਅਸੀਂ ਕਹੀਏ ਬੀਜੀ ਤੁਸੀਂ ਨਹੀਂ, ਕਹਿੰਦੇ ਨਹੀਂ ਮੈਂ ਜਾਣਾ। ਸੋ ਮੈਂ ਇਹ ਸਮਝਦਾ ਵੀ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਸ ਕਿਸਮ ਦੀ ਡਿਟਰਮੀਨੇਸ਼ਨ ਹੁੰਦੀ ਹੈ, ਮਾਤਾਵਾਂ, ਭੈਣਾਂ, ਬੱਚੀਆਂ, ਉਹ ਸੱਚਮੁੱਚ ਹੀ ਜਿਹੜੇ ਨੇ ਉਹ ਗੇਮ ਚੇਂਜਰ ਵੀ ਉਹੀ ਹੋਣਗੇ ਅਲਟੀਮੇਟਲੀ। ਇਹ ਸਾਨੂੰ ਇਸ ਗੱਲ ਦਾ, ਔਰ ਇਹ ਗੱਲ ਹੁਣ ਦੀ ਨਹੀਂ ਹੈ, ਜੇ ਅਸੀਂ 20ਵੀਂ 18ਵੀਂ ਸਦੀ ਦਾ ਤਾਂ ਇਤਿਹਾਸ ਅਸੀਂ ਦੇਖਦੇ ਹੀ ਹਾਂ, 20ਵੀਂ ਸਦੀ 'ਚ ਵੀ ਜਿਹੜੇ ਮੋਰਚੇ ਲੱਗਦੇ ਸੀ ਨਾ ਇੱਕ ਸਟੇਜ ਦੇ ਉੱਤੇ, ਜਿਵੇਂ ਜੈਤੋ ਦਾ ਮੋਰਚਾ ਸੀ ਜੀ, ਔਰ ਉਹਨਾਂ ਨੇ ਕਿਹਾ ਵੀ ਨਹੀਂ ਮਸ਼ੀਨ ਗਨਾਂ ਬੀੜੀਆਂ ਹੋਈਆਂ ਵੀ ਬੀਬੀਆਂ ਨਹੀਂ ਜਾਣਗੀਆਂ। ਇੱਕ ਸਿੱਖ ਬੀਬੀ ਜਿਹਦਾ ਇਤਿਹਾਸਕ ਕਿਰਦਾਰ ਬੀਬੀ ਬਲਬੀਰ ਕੌਰ, ਜਿਹਨੇ ਬੱਚਾ ਚੁੱਕਿਆ ਉਹ ਜ਼ਬਰਦਸਤੀ ਦੌੜ ਕੇ ਜਥੇ ਦੇ ਨਾਲ ਸ਼ਾਮਲ ਹੋ ਜਾਂਦੀ ਹੈ, ਔਰ ਮਸ਼ੀਨ ਗਨ ਗੋਲੀਆਂ ਚੱਲ ਰਹੀਆਂ, ਦੂਜੇ ਪਾਸਿਓਂ ਬੱਚੇ ਦੇ ਲੱਗਦੀ ਹੈ ਗੋਲੀ, ਉਹ ਸ਼ਹੀਦ ਹੁੰਦਾ ਹੈ। ਉਹਨੂੰ ਇੱਕ ਉਸੇ ਹੀ ਫੱਟੇ ਦੇ ਉੱਤੇ ਸਾਈਡ ਦੇ ਉੱਤੇ ਪਾ ਕੇ ਬੀਬੀ ਫੇਰ ਅੱਗੇ ਮਾਰਚ ਕਰਦੀ ਹੈ, ਔਰ ਖੁਦ ਵੀ ਸ਼ਹੀਦੀ ਪਾਉਂਦੀ ਹੈ। ਔਰ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਵੀ, ਔਰ ਹਰ ਪੱਖੋਂ ਹੀ, ਔਰ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ, ਬਹੁਤ ਵੱਡਾ ਰੋਲ ਹੈ। ਪਰ ਅੱਜ ਜਦੋਂ ਅਸੀਂ ਬਹੁਤ ਵਾਰ, ਮੈਂ ਥੋੜ੍ਹੀ ਬਹੁਤ, ਹਾਲਾਂ ਕੋਈ ਬਹੁਤਾ ਸਪੋਰਟਸ ਦੇ ਹਵਾਲੇ ਨਾਲ ਉਸ ਕਿਸਮ ਦਾ ਹੀ ਹੁੰਦਾ, ਹੁਣ ਮੈਂ ਦੇਖ ਰਿਹਾ ਕਿ ਵੀ ਜਿੱਥੇ ਅਸੀਂ ਜਦੋਂ ਭਾਰਤ ਵਾਲੇ ਆਪਣਾ ਪ੍ਰਾਈਡ ਦੇ ਕਹਿੰਦੇ ਨੇ ਕਿ ਜੀ ਦੇਖੋ ਹਰਮਨਪ੍ਰੀਤ ਕੌਰ ਜਿਹਦੀ ਕ੍ਰਿਕਟ ਦੀ ਕੈਪਟਨ, ਜਿਹਦੀ ਕਮਾਂਡ ਥੱਲੇ ਪਹਿਲੀ ਵਾਰ ਪਤਾ ਨਹੀਂ 60 ਸਾਲ ਬਾਅਦ ਉਹਨਾਂ ਨੇ ਵਰਲਡ ਟਰੋਫੀ ਜਿੱਤੀ ਹੈ, ਜਾਂ ਉਹਨਾਂ ਦੀਆਂ ਹੋਰ ਇੱਕ ਦੋ ਸਿੱਖ ਬੱਚੀਆਂ ਪਲੇਅਰ ਜਾਂ ਦੂਜੀਆਂ, ਲੇਕਿਨ ਤੁਹਾਨੂੰ ਉਹਨਾਂ ਦੇ ਬਾਕੀ ਸਾਰੇ 'ਚੋਂ ਸਿੱਖ ਪਰਿਵਾਰਾਂ 'ਚ ਉਹਨਾਂ ਦੇ ਪੇਰੈਂਟਸ ਨੇ ਕਿੰਨੀ ਸਟਰਗਲ ਕੀਤੀ, ਕਿੱਥੋਂ ਤੱਕ ਪਹੁੰਚਾਇਆ। ਪਰ ਤੁਹਾਨੂੰ ਉਹਨਾਂ ਦਾ ਜਿਹੜਾ ਅਦਰਵਾਈਜ਼ ਪਾਰਟ ਹੈ, ਔਰ ਇਹੀ ਹਾਲ ਅਸੀਂ ਹੋਰ ਫੀਲਡਸ ਦੇ ਵਿੱਚ ਵੀ ਦੇਖਦੇ ਹਾਂ ਕਿ ਕਾਫੀ ਹੱਦ ਤੱਕ ਜਿਹੜਾ ਇਹ ਡੀਜਨਰੇਸ਼ਨ ਹੈ ਉਹ ਤੁਹਾਡੇ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਹੋਏ, ਤੁਹਾਡੇ ਅਦਰਵਾਈਜ਼ ਕਿਰਦਾਰ 'ਚ ਹੋਏ, ਜਾਂ ਇੱਕ ਜਿਹੜਾ ਰੁਝਾਨ ਗੈਰ ਸਿੱਖਾਂ ਦੇ ਨਾਲ ਵਿਆਹ ਕਰਨ ਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਡੇ ਡਿਕਲਾਈਨ ਨੂੰ, ਸਾਡੀ ਗਿਰਾਵਟ ਦੀ ਨਿਸ਼ਾਨਦੇਹੀ ਕਰਦੀਆਂ ਨੇ। ਔਰ ਜੇ ਇਸ ਪੱਖੋਂ ਅਸੀਂ ਕਮਜ਼ੋਰ ਹੋਵਾਂਗੇ ਤੇ ਫਿਰ ਅਸੀਂ ਇਤਿਹਾਸ ਦੇ ਵਿੱਚ ਆਪਣਾ ਕੀ ਰੁਤਬਾ ਹਾਸਲ ਕਰ ਸਕਾਂਗੇ। ਪੋਲੀਟੀਕਲ ਸਟਰਗਲ ਤਾਂ ਬਿਸਾਈਡਸ ਹੈ। ਸੋ ਇਹ ਮੈਂ ਸਮਝਦਾ ਵੀ ਜਿਹੜੇ ਇਸ ਪੱਖੋਂ ਸੁਚੇਤ ਨੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਭਾਈ ਜਿੱਥੇ ਅਸੀਂ ਬਾਕੀ ਹੋਰ ਇੱਕ ਦੌੜ ਇੱਥੇ ਵੀ ਸ਼ੁਰੂ ਹੋਈ ਹੈ, ਇੱਕ ਚੰਗੇ ਜੀਵਨ ਦੇ ਨੂੰ ਜਿਉਣਾ, ਤਾਂ ਜਾਂ ਉਸ ਦੀ ਖਾਹਿਸ਼ ਜਾਂ ਉਸ ਲਈ ਐਫਰਟ ਤਾਂ ਐਪਰੀਸ਼ੀਏਬਲ ਹੈ, ਪਰ ਇਹ ਜਿਹੜੇ ਧਨ ਦੇ ਇਕੱਠੇ ਕਰਨ ਦੇ ਨਾਂ ਥੱਲੇ ਬੱਚਿਆਂ ਵੱਲ ਧਿਆਨ ਨਾ ਹੋਣਾ, ਜਾਂ ਸਾਡਾ ਕਈ ਵਾਰ ਜਿਹੜਾ ਘਰਾਂ 'ਚੋਂ ਸਿੱਖੀ ਵੈਲਿਊਜ਼ ਦਾ ਮਾਈਨਸ ਹੋਣਾ, ਇਹ ਤਕਲੀਫ ਦੇ ਹੈ। ਸੋ ਅਸੀਂ ਸਰਦਾਰਨੀ ਨਵਦੀਪ ਕੌਰ ਸੇਖੋਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਨਵੰਬਰ ਦਾ ਪਹਿਲਾ ਹਫਤਾ ਜ਼ਾਹਰ ਹੈ ਕਿ ਇਸ ਵਾਰ ਜਿਵੇਂ ਅਸੀਂ ਹਰ ਸਾਲ ਨਿੱਠ ਕੇ 1 ਨਵੰਬਰ ਤੋਂ 6 ਨਵੰਬਰ ਤੱਕ, ਜਿਵੇਂ ਜੂਨ 84 ਦੇ ਘੱਲੂਘਾਰੇ ਵਿੱਚ ਵੀ ਪਹਿਲੇ 6 ਦਿਨ ਜਿਹੜੇ ਨੇ 7 ਦਿਨ ਰਾਦਰ ਅਸੀਂ ਕਰਦੇ ਹਾਂ। ਇਸ ਵਾਰ ਕਿਉਂਕਿ ਟਰੈਵਲ ਵੀ ਸੀ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਸੀ, ਆ ਕੇ ਯੂਬਾ ਸਿਟੀ ਦਾ ਜ਼ਿਕਰ, ਔਰ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਸੀ। ਫਿਰ ਵੀ ਅਸੀਂ ਜਿਹੜਾ ਹਾਊਸ ਰੈਜ਼ੋਲੂਸ਼ਨ ਸੀ ਔਰ ਦੂਸਰਾ ਡਿਸਕਸ ਕੀਤਾ। ਇਸ ਪ੍ਰਥਾਏ ਸਾਡੇ ਵੀਰ ਸਿਡਨੀ ਤੋਂ ਸਰ ਜਤਿੰਦਰ ਸਿੰਘ ਜਿਹੜੇ ਬਹੁਤ ਸੁਲਝੇ ਹੋਏ ਨੌਜਵਾਨ ਨੇ, ਉਹਨਾਂ ਦੀਆਂ ਲਿਖਤਾਂ ਇਹੀ ਨਹੀਂ ਕਿ ਵੀ ਅਸੀਂ ਇਸ ਪ੍ਰੋਗਰਾਮ 'ਚ ਸਾਂਝਾ ਕਰਦੇ, ਮੈਨੂੰ ਕਈ ਬਾਅਦ 'ਚ ਉਸ ਦੀ ਕਾਪੀ ਵੀ ਮੰਗਦੇ ਨੇ ਕਿ ਵੀ ਸਾਨੂੰ ਭੇਜੋ ਕੁਝ ਜਿਹੜੇ ਨੇ ਉਸ 'ਚੋਂ ਜਿਹੜਾ ਉਹ ਫਲਾਇਰ ਜਾਂ ਬ੍ਰੋਸ਼ਰ ਦੇ ਤੌਰ ਤੇ ਵੀ ਯੂਜ਼ ਕਰਦੇ ਨੇ ਉਹਨਾਂ ਦੀ ਲਿਖਤ ਨੂੰ। ਉਹਨਾਂ ਨੇ ਬਹੁਤ ਖੂਬਸੂਰਤ, ਕੋਈ ਉਹਦੇ 'ਚ ਵੇਰਵੇ ਨਹੀਂ ਨੇ ਕਿ ਵੀ ਕਿੱਥੇ ਕੀ ਹੋਇਆ। ਹੁਣ ਤਾਂ ਜਿਹੜੀ 30,000 ਜਿਹੜੀਆਂ ਡੈਥਸ ਨੇ ਇੱਕ ਹਫ਼ਤੇ 'ਚ, ਉਸ ਨੂੰ ਅਮਰੀਕਾ, ਕੈਨੇਡਾ ਅਸੈਂਬਲੀਆਂ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਨੇ ਉਹਦੇ 'ਚ ਫਿਗਰ ਕੋਟ ਹੁੰਦੀ ਹੈ।
ਔਰ ਉਹਨਾਂ ਨੇ ਇਸ ਬਹੁਤੇ ਜਿਹੜੀ ਇਸ ਲੈਵਲ ਦੀ ਨਸਲਕੁਸ਼ੀ ਹੈ ਉਸ ਦਾ ਨਹੀਂ, ਉਹਨਾਂ ਨੇ ਜਿਹੜੀ ਸਾਡੀ ਚੜ੍ਹਦੀ ਕਲਾ ਦੀ ਸਪਿਰਿਟ ਹੈ। ਗੱਲ ਤਾਂ ਇਹ ਹੈ ਵੀ ਨਸਲਕੁਸ਼ੀ ਕਿਉਂ ਕੀਤੀ ਜਾਂਦੀ ਹੈ, ਜਿਹੜੀ ਦੁਸ਼ਮਣ ਤਾਕਤ ਕਰਦੀ ਤੁਹਾਡੀ ਵਿਲ ਤੋੜਨਾ ਚਾਹੁੰਦੀ ਹੈ, ਤੁਹਾਨੂੰ ਸਬਕ ਸਿਖਾਉਣ ਦਾ ਨਾਂ। ਲੇਕਿਨ ਜੇ ਉਹ ਕੌਮ ਉੱਠ ਖੜੀ ਹੋਏ ਉਹਨਾਂ ਰੂਇਨਸ ਦੇ ਵਿੱਚੋਂ, ਉਹਨਾਂ ਐਸ਼ਿਸ ਦੇ ਵਿੱਚੋਂ, ਜਿਹਨਾਂ ਪ੍ਰਥਾ ਅਕਸਰ ਗ੍ਰੀਕ ਮਾਈਥੋਲੋਜੀ ਦੇ ਵਿੱਚ, ਯੂਨਾਨੀ ਇਤਿਹਾਸ 'ਚ ਕਹਾਣੀ ਹੈ ਫੀਨਿਕਸ ਬਰਡ ਦੀ। ਉਹਦੇ ਬਾਰੇ, ਫੀਨਿਕਸ ਬਾਰੇ ਹੈ ਕਿ ਵੀ ਜਦੋਂ ਉਹਦਾ ਐਂਡ ਆਉਂਦਾ ਹੈ ਤੇ ਉਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਔਰ ਡਿਸਟਰੋਏ ਹੋ ਜਾਂਦਾ। ਉਹਦੀ ਜਿਹੜੀ ਸਵਾਹ ਹੁੰਦੀ ਹੈ ਉਹਦੇ ਚੋਂ ਇੱਕ ਆਂਡਾ ਨਿਕਲਦਾ ਹੈ ਔਰ ਉਹਦੇ ਚੋਂ ਇੱਕ ਨਵਾਂ ਜਿਹੜਾ ਫੀਨਿਕਸ ਨਿਕਲ ਕੇ ਫਿਰ ਅਸਮਾਨ ਦੇ ਵਿੱਚ ਉਤਾਰੀਆਂ ਲਾਉਣ ਲੱਗ ਜਾਂਦਾ ਹੈ। ਲੇਕਿਨ ਇਹ ਤਾਂ ਇੱਕ ਮਿਥਿਹਾਸ ਹੈ ਉਹਦੇ ਨਾਲ ਜੁੜਿਆ ਹੋਇਆ। ਪਰ ਜੇ ਸੱਚਮੁੱਚ 6000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਵਾਹ ਦੇ ਢੇਰ ਚੋਂ, ਐਸ਼ਿਸ ਚੋਂ ਚੜ੍ਹਦੀ ਕਲਾ ਨਿਕਲਦੀ ਦੇਖਣੀ ਹੈ, ਜਾਂ ਉਸ ਕੌਮ ਦੇ ਇੱਕ ਤੋਂ ਬਾਅਦ ਇੱਕ ਘੱਲੂਕਾਰੇ ਤੋਂ ਬਾਅਦ ਕੌਮ ਦਾ ਕੁੰਦਨ ਬਣ ਕੇ ਨਿਕਲਣਾ, ਤੇ ਆਪਣੀ ਬਾਲੜੀ ਉਮਰ ਵਾਲੀ ਸਿੱਖ ਕੌਮ ਇਸ ਦੀ ਜਿਹੜੀ ਹੈ ਉਹ ਪ੍ਰਤੱਖ ਉਦਾਹਰਣ ਹੈ। ਔਰ ਉਹਨਾਂ ਨੇ ਇਸ ਆਪਣੀ ਲਿਖਤ ਦਾ ਟਾਈਟਲ ਉਹਨਾਂ ਨੇ ਬੜੇ ਖੂਬਸੂਰਤੀ ਦੇ ਨਾਲ, ਕਿਉਂਕਿ ਇਹੀ ਦਿੱਲੀ ਹੈ ਜਿਸ ਦਿੱਲੀ ਦਾ ਨਾਂ ਅੰਗਰੇਜ਼ਾਂ ਨੇ ਨਿਊ ਦਿੱਲੀ ਰੱਖਿਆ। ਪਹਿਲਾਂ ਜ਼ਾਹਰ ਹੈ ਦਿੱਲੀ ਨਹੀਂ ਸੀ, ਇਹਨਾਂ ਨੇ ਨਿਊ ਦਿੱਲੀ ਰੱਖਿਆ। ਇਸ ਤੋਂ ਪਹਿਲਾਂ ਮੁਗਲੀਆ ਪੀਰੀਅਡ ਦੇ ਵਿੱਚ ਦਿੱਲੀ ਕਹਿੰਦੇ ਸੀ ਉਹਨੂੰ, ਪੁਰਾਣੀ ਦਿੱਲੀ ਨਹੀਂ ਸੀ ਕਹਿੰਦੇ। ਉਹ ਤਾਂ ਜਦੋਂ ਹੁਣ ਇਹਨਾਂ ਨੇ ਨਿਊ ਦਿੱਲੀ ਬਣਾ ਦਿੱਤੀ ਤਾਂ ਉਹਨੂੰ ਪੁਰਾਣੀ ਕਹਿਣ ਲੱਗ ਗਏ। ਅਦਰਵਾਈਜ਼ ਉਸ ਵੇਲੇ ਦਿੱਲੀ ਸੀ, ਇਸੇ ਲਈ ਸੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ। ਇਸ ਤੋਂ ਇਲਾਵਾ ਜਿਹੜੇ ਉਹਦੇ ਅੱਡ-ਅੱਡ ਨਾਂ ਰਹੇ ਨੇ, ਇੰਦਰਪ੍ਰਸਥ, ਔਰ ਜਿਸ ਦੇ ਦੁਆਲੇ ਮਹਾਭਾਰਤ ਦੀ ਜੰਗ ਘੁਮਾਈ ਜਾਂਦੀ ਹੈ ਕਿ ਉਸ ਪੀਰੀਅਡ ਦੇ ਵਿੱਚ ਜਿਹੜੀ ਰਾਜਧਾਨੀ ਹੈ ਉਹ ਹਸਤਨਾਪੁਰ। ਸੋ ਇਹ ਸਾਰੇ ਕੁਛ ਜਿਹੜੇ ਨੇ ਡਿਸਟੈਂਸ ਦੇ ਉੱਤੇ ਕੁਛ ਮਾਈਲ ਦੇ ਵਿੱਚ ਫੈਲੇ ਹੋਏ, ਹਸਤਨਾਪੁਰ, ਇੰਦਰਪ੍ਰਸਥ, ਪੁਰਾਣੀ ਦਿੱਲੀ, ਨਵੀਂ ਦਿੱਲੀ, ਹੋਰ ਵੀ 2-3 ਦੇ ਨਾਂ ਨੇ। ਔਰ ਕਿਉਂਕਿ ਮਹਾਭਾਰਤ ਦੇ ਵਿੱਚ ਜਿਹੜੇ ਤੁਸੀਂ ਕਰੈਕਟਰ ਦੇਖਦੇ ਹੋ ਉਹਨਾਂ ਦੇ ਵਿੱਚ ਜ਼ਾਹਰ ਹੈ 5 ਪਾਂਡਵ ਨੇ, ਉਹਨਾਂ ਦੇ ਵਿੱਚ ਦ੍ਰੋਪਦੀ ਹੈ ਜਿਸ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਦੁਰਯੋਧਨ ਨੇ ਕੀਤੀ, ਜਿਸ ਦੇ ਉਹ ਸਾਰੇ ਵੇਲੇ ਚੁੱਪ ਬੈਠਾ। ਦੁਰਯੋਧਨ ਜਿਹੜਾ 100 ਭਰਾ ਨੇ ਕੌਰਵ, ਉਹਨਾਂ ਦਾ ਗੁਰੂ ਦਰੋਣਾਚਾਰੀ ਹੈ ਜਿਹੜਾ ਬੜਾ ਲਰਨਡ ਬ੍ਰਾਹਮਣ ਹੈ, ਲੇਕਿਨ ਉਹ ਖੜਾ ਕੌਰਵਾਂ ਦੇ ਨਾਲ ਹੈ। ਭੀਸ਼ਮ ਪਿਤਾਮਾ ਬੜਾ ਜਿਹੜੀ ਹੈ ਸਖਤ ਜਿਹੜੀ ਹੈ ਉਹਨੇ ਪ੍ਰਤਿੱਗਿਆ ਲਈ ਹੋਈ ਹੈ, ਲੇਕਿਨ ਉਹ ਵੀ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੁੱਕਦਾ। ਔਰ ਇਸੇ ਤਰ੍ਹਾਂ ਕ੍ਰਿਸ਼ਨ ਜਿਹੜੇ ਅਰਜਨ ਦੇ ਸਾਰਥੀ ਨੇ, ਰਥ ਚਲਾਉਣ ਵਾਲੇ ਨੇ, ਉਹਨਾਂ ਦੀ ਇੱਕ ਆਪਣੀ ਕਹਾਣੀ ਹੈ। ਸੋ ਵੀਰ ਜਤਿੰਦਰ ਸਿੰਘ ਹੋਰਾਂ ਨੇ ਨਵੰਬਰ 84 ਦਾ ਇਹ ਸਾਰਾ ਦੌਰਾ, ਇੱਕ ਪਾਸੇ ਜ਼ੁਲਮ ਕਰਨ ਵਾਲੇ, ਇੱਕ ਪਾਸੇ ਚੁੱਪ ਰਹਿਣ ਵਾਲੇ, ਇੱਕ ਪਾਸੇ ਉਸ ਚੋਂ ਸਿਆਸੀ ਲਾਹਾ ਲੈਣ ਵਾਲੇ, ਇਹਨਾਂ ਦੇ ਹੀ ਉਸ ਮਹਾਭਾਰਤ ਦੇ ਜਿਹੜੇ ਅੱਡ-ਅੱਡ ਕਰੈਕਟਰ ਨੇ ਉਹਨਾਂ ਦੇ ਨਾਲ ਤਸ਼ਬੀਹ ਦਿੱਤੀ ਹੈ। ਔਰ ਇਹਨਾਂ ਨੇ ਕਿਹਾ ਵੈਨ ਦਾ ਫਾਇਰਸ ਆਫ ਨਵੰਬਰ 1984 lit the skies of Delhi, India once again became the hall of Hastinapur। ਕਿ ਜਦੋਂ ਇਹ ਅਗਜ਼ਨੀ ਨੇ ਔਰ ਅਸਮਾਨਾਂ ਦੇ ਵਿੱਚ ਉਹ ਅੱਗ ਦੇ ਸ਼ੋਲੇ ਗਏ ਤੇ ਇਸ ਨੇ ਇੱਕ ਵਾਰ ਫਿਰ ਉਸ ਹਸਤਨਾਪੁਰ ਦੇ ਸੀਨ ਦੀ ਯਾਦ ਦਹਾਨੀ ਕਰਵਾਈ। Thousands of innocents were dragged from their homes, women violated, men burned alive. The guardians of justice stood watching, mute, blind or complicit। ਕਿ ਹਜ਼ਾਰਾਂ ਬੇਗੁਨਾਹ ਉਹਨਾਂ ਨੂੰ ਆਪਣੇ ਘਰਾਂ ਚੋਂ ਘੜੀਸ ਕੇ ਜਿਹੜਾ ਉਹ ਮਾਰਿਆ ਗਿਆ, ਔਰਤਾਂ ਨਾਲ ਜ਼ਬਰ ਜਨਾਹ ਹੋਏ, ਬੰਦਿਆਂ ਨੂੰ ਜਿਉਂਦੇ ਸਾੜਿਆ ਗਿਆ। ਔਰ ਇਨਸਾਫ ਦੇ ਹਾਕਮ ਜਿਹੜੇ ਨੇ ਉਹ ਚੁੱਪ ਕਰਕੇ ਖੜੇ, ਮਿਊਟ ਜਾਂ ਅੰਨੇ ਹੋ ਕੇ, ਜਾਂ ਉਸ ਸਭ ਦਾ ਜਿਹੜਾ ਕੰਪਲੀਸਿਟ ਹੋ ਕੇ ਖੁਦ ਉਹ ਕਰਵਾਉਣ ਦੇ ਵਿੱਚ ਸ਼ਾਮਲ ਹੋਣ ਵਾਲੇ ਜਸਟ as Draupadi once cried for help in a court of so-called wise men, Sikh women and children cried while the state, the police and society froze in fear। ਜਿਵੇਂ ਦੁਰਯੋਧਨ ਦੀ ਸਭਾ ਦੇ ਵਿੱਚ ਚੀਖ ਪੁਕਾਰ ਕਰ ਰਹੀ ਸੀ ਦ੍ਰੋਪਦੀ ਕਿ ਮੇਰਾ ਇਹ ਚੀਰ ਹਰਨ ਰੁਕੇ, ਸਾਰਿਆਂ ਵੱਲੋਂ ਦੇਖ ਰਹੀ ਸੀ ਆਪਣੇ
ਹਸਬੈਂਡਸ ਜਿਹੜੇ 5 ਸੀ ਉਹਨਾਂ ਵੱਲ ਵੀ, ਦੂਜੇ ਵੀ, ਗੁਰੂ ਵੀ ਬੈਠੇ, ਦਰੋਣਾਚਾਰੀਆ ਵੀ ਬੈਠਾ, ਭੀਸ਼ਮ ਪਿਤਾਮਾ ਵੀ ਬੈਠਾ, ਦੂਜਾ ਵੀ, ਲੇਕਿਨ ਕੋਈ ਉਸ ਦੀ ਆਵਾਜ਼, ਉਸ ਦੀਆਂ ਚੀਖਾਂ ਦੇ ਉੱਤੇ ਜਿਹੜਾ ਕਿ ਕੋਈ ਮੂਵ ਨਹੀਂ ਸੀ ਹੋ ਰਿਹਾ, ਹਾਲਾਂ ਸਾਰੇ ਸਿਆਣੇ ਬੰਦੇ ਬੈਠੇ ਸੀ। ਇਸੇ ਤਰ੍ਹਾਂ ਸਿੱਖ women and children cried while the state, the police and society froze in fear। ਕਿ ਸਿੱਖ ਔਰਤਾਂ ਦਾ ਚੀਖੋ ਪੁਕਾਰ ਸੀ, ਲੇਕਿਨ ਸਟੇਟ ਵੀ, ਪੁਲਿਸ ਵੀ, ਸੁਸਾਇਟੀ ਵੀ ਉਹ ਇਵੇਂ ਸੀ ਜਿਵੇਂ ਉਹ ਫਰੀਜ਼ ਹੋ ਗਈ ਹੋਏ, ਉਸ ਥਾਂ ਦੇ ਉੱਤੇ ਜੰਮ ਗਈ ਹੋਏ ਖੌਫ ਦੇ ਨਾਲ। ਭੀਸ਼ਮ's silence returned in khaki uniforms। ਹੁਣ ਇਹ ਕੰਪੈਰੀਜ਼ਨ ਹੈ, ਇੱਧਰ ਉਧਰ ਭੀਸ਼ਮ ਪਿਤਾਮਾ ਚੁੱਪ ਸੀ, ਹੁਣ ਕਿਉਂਕਿ ਲਾਅ ਐਂਡ ਆਰਡਰ ਲਾਗੂ ਕਰਨਾ ਤਾਂ ਪੁਲਿਸ ਦਾ ਕੰਮ ਹੈ, ਯੂਨੀਫਾਰਮਡ ਦਾ, ਉਹ ਭੀਸ਼ਮ ਪਿਤਾਮਾ ਬਣੇ ਹੋਏ ਸੀ। Drona's obedience re-emerged in bureaucrats। ਹੁਣ ਦਰੋਣਾਚਾਰੀਆ ਬਿਊਰੋਕਰੈਟ ਜੋ ਅੱਜ ਦਿਆਂ ਦਾ ਰੋਲ ਸਾਰਿਆਂ ਦਾ ਉਹਦੇ ਨਾਲ ਕੰਪੇਅਰ ਕੀਤਾ ਕਿ ਵੀ ਦਰੋਣਾਚਾਰੀਆ ਜਿਹੜਾ ਉਹ ਜਿਵੇਂ ਬਿਊਰੋਕਰੈਟਸ ਦੇ ਰੂਪ ਦੇ ਵਿੱਚ ਉਹਦਾ ਦੁਬਾਰਾ ਅਵਤਾਰ ਹੋਇਆ ਹੋਏ। ਧ੍ਰਿਤਰਾਸ਼ਟਰਾ's blindness took shape in political leaders protecting their own sons of power। ਹੁਣ ਇਹਨਾਂ ਕੌਰਵਾਂ ਦਾ ਪਿਓ ਧ੍ਰਿਤਰਾਸ਼ਟਰ ਸੀ ਜਿਹੜਾ ਅੰਨਾ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਧ੍ਰਿਤਰਾਸ਼ਟਰ ਨੇ ਪੋਲੀਟੀਕਲ ਲੀਡਰ ਜਿਹੜੇ ਆਪਣੀਆਂ ਤਾਕਤ ਦੀਆਂ ਕੁਰਸੀਆਂ ਨੂੰ ਬਚਾਉਣ ਤੇ ਲੱਗੇ ਹੋਏ ਸੀ, ਉਹ ਖੇਡ ਰਹੇ ਸੀ, ਉਹ ਸਾਰੇ ਧ੍ਰਿਤਰਾਸ਼ਟਰ ਬਣ ਗਏ, ਅੰਨੇ ਹੋਏ। Yet the same Mahabharata that exposed cowardice also offered its cure। ਕਿ ਵੀ ਮਹਾਭਾਰਤ ਜਿੱਥੇ ਉਹਨਾਂ ਕਮਜ਼ੋਰੀਆਂ ਨੂੰ, ਉਹਨਾਂ ਜਿਹੜਾ ਡਰ ਔਰ ਡਰਪੋਕਾਂ ਦਾ ਨੂੰ ਐਕਸਪੋਜ਼ ਕਰਦਾ ਸੀ, ਉੱਥੇ ਉਸ ਦਾ ਉਹ ਦਾਰੂ ਵੀ ਸੀ। ਵੈਨ ਅਰਜੁਨਾ ਟ੍ਰੈਂਬਲਡ ਬਿਫੋਰ ਹਿਜ਼ ਓਨ ਕਿਨ, ਕ੍ਰਿਸ਼ਨਾ ਸੈਡ, ਜਦੋਂ ਆਪਣੇ ਚਾਰ ਚਫੇਰੇ ਅਰਜਨ ਨੇ ਕਿਹਾ ਮੇਰਾ ਤਾਇਆ ਹੈ, ਚਾਚਾ ਹੈ, ਮਾਮਾ ਹੈ, ਮੇਰਾ ਗੁਰੂ ਹੈ, ਮੈਂ ਕਿਹਦੇ ਖਿਲਾਫ ਹਥਿਆਰ ਚੁੱਕਾਂ ਕੰਬਦਿਆਂ, ਤਾਂ ਕ੍ਰਿਸ਼ਨ ਨੇ ਕਿਹਾ ਰਾਈਜ਼ ਅਬਵ ਅਟੈਚਮੈਂਟ ਐਂਡ ਫੀਅਰ, ਐਕਟ ਫॉर ਰਾਈਟਸਨੈਸ, ਕਿ ਇਸ ਠੀਕ ਦੇ ਲਈ ਖਲੋ ਔਰ ਇਹ ਜਿਹੜਾ ਇਸ ਫੀਅਰ ਔਰ ਦੂਜੇ ਤੋਂ ਮੁਕਤ ਹੋ। That call was not for warriors alone, it was for every citizen who witnessed injustice। ਕਿ ਵੀ ਇੰਨਾ ਕੁਛ ਹੋ ਰਿਹਾ, ਕ੍ਰਿਸ਼ਨ ਤਾਂ ਅਰਜਨ ਨੂੰ ਉੱਥੇ ਕਹਿ ਰਿਹਾ ਕਿ ਵੀ ਤੂੰ ਚੁੱਕ, ਇੰਨਾ ਜਿਹੜਾ ਜੋ ਕੁਛ ਨਵੰਬਰ 84 ਚ ਵਾਪਰ ਰਿਹਾ ਸੀ, ਹਰ ਸਿਟੀਜ਼ਨ ਉਸ ਦਾ ਫਰਜ਼ ਸੀ ਕਿ ਉਹ ਰਾਈਟਸਨੈਸ ਨਾਲ ਹੀ ਖਲੋਂਦਾ, ਪਰ ਸਾਰੇ ਫ੍ਰੀਜ਼ ਸੀ, ਸਾਰੇ ਸਾਇਲੈਂਟ ਸੀ, ਸਾਰੇ ਜਾਂ ਕੰਪਲਿਸਿਟ ਸੀ। 1984, that call was not for warriors alone, it was for every citizen who witnessed injustice। 1984 asked India, ਹੁਣ 1984 ਦਾ ਇਹ ਪੀਰੀਅਡ, ਇਹ ਦੁਖਾਂ ਤੇ ਨਸਲ ਕੁਸ਼ੀ ਭਾਰਤ ਨੂੰ ਪੁੱਛਦੀ ਹੈ, will you stand with Krishna or remain in Duryodhana's court? ਕੀ ਤੁਸੀਂ ਕੌਰਵਾਂ ਦੇ ਦੁਰਯੋਧਨ ਦੇ ਦਰਬਾਰ ਦੇ ਨਾਲ ਤੁਹਾਡੀ ਸਾਂਝ ਹੈ ਕਿ ਕੀ ਤੁਸੀਂ ਕ੍ਰਿਸ਼ਨ ਦੇ ਥਾਟ ਦੇ ਨਾਲ ਖੜੇ ਹੋ? ਮੋਸਟ ਫੇਲਡ ਦਾ ਟੈਸਟ, ਬਹੁਤੇ ਫੇਲ ਹੋਏ। ਮਤਲਬ ਇਹ ਹੈ ਕਿ ਵੀ ਉਹ ਦਰੋਣਾਚਾਰ ਉਹਦੇ ਦੁਰਯੋਧਨ ਦੇ ਨਾਲ ਖਲੋਤੇ, ਰਾਈਟਸਨੈਸ ਦੇ ਨਾਲ ਨਹੀਂ। ਬਟ a few guided by conscience sheltered their sick neighbors and proved that dharma still breathes beneath the ashes। ਉਹਨਾਂ ਨੇ ਕਿਹਾ ਪਰ ਕੁਛ ਜਿਹੜੇ ਜਾਗਦੀ ਜ਼ਮੀਰ ਵਾਲੇ ਸੀ, ਜਿਨ੍ਹਾਂ ਨੇ ਸਿੱਖ ਗੁਆਂਢੀਆਂ ਨੂੰ ਪਨਾਹ ਦਿੱਤੀ ਔਰ ਇਹ ਸਾਬਤ ਕੀਤਾ ਕਿ ਭਾਈ ਉਹਨਾਂ ਜਿਹੜੀਆਂ ਨੇ ਸਵਾਹ ਦੇ ਥੱਲੇ ਵੀ ਕਿਤੇ ਨਾ ਕਿਤੇ ਧਰਮ ਐਗਜ਼ਿਸਟ ਕਰਦੇ। ਹੁਣ ਦੂਸਰਾ ਉਹਨਾਂ ਨੇ ਟਾਈਟਲ ਦਿੱਤਾ ਦਾ ਸਿੱਖ ਸਪਿਰਿਟ ਫਰੋਮ ਰੂਇਨ ਟੂ ਚੜ੍ਹਦੀ ਕਲਾ, ਕਿ ਜੋ ਸਾਡੀ ਤਬਾਹੀ ਕੀਤੀ ਉਹਦੇ ਚੋਂ ਕਿਵੇਂ ਸਿੱਖ ਸਪਿਰਿਟ ਵਾਪਸ ਜਿਹੜੀ ਹੈ ਉਸਨੇ ਚੜ੍ਹਦੀ ਕਲਾ ਦਾ ਰੁਖ ਕੀਤਾ। For Sikhs, the nightmare didn't end when the fires dimmed, homes looted, gurdwaras desecrated, families erased, but even in that darkness, the light of the Guru refused to fade। ਕਿ ਸਿੱਖਾਂ ਦੇ ਲਈ ਇਹ ਨਾਈਟਮੇਅਰ ਜਿਹੜੀ ਹੈ ਉਹ ਕਦੇ ਵੀ ਖਤਮ ਨਹੀਂ ਹੋਈ। ਜਦੋਂ ਕਿ ਅੱਗਾਂ ਸ਼ਾਂਤ ਹੋ ਗਈਆਂ, ਘਰ ਲੁੱਟੇ ਗਏ, ਗੁਰਦੁਆਰੇ ਬੇਅਦਬ ਹੋਏ, ਪਰਿਵਾਰ ਮਿਟਾ ਦਿੱਤੇ ਗਏ, ਪਰ ਉਸ ਹਨੇਰੇ ਦੇ ਦੌਰ ਦੇ ਵਿੱਚ ਵੀ ਗੁਰੂ ਸਾਹਿਬਾਨ ਵੱਲੋਂ ਦਿਖਾਈ ਰੌਸ਼ਨੀ, ਨੂਰ, ਉਹ ਉਸੇ ਤਰ੍ਹਾਂ ਪ੍ਰਚੰਡ ਰਿਹਾ, ਰਿਫਿਊਜ਼ ਟੂ ਫੇਡ, ਉਹ ਅਲੋਪ ਨਹੀਂ ਹੋਇਆ। ਅੱਛਾ। When the Akal Takht was demolished, Sikhs didn't wait for permission, they rebuilt it themselves
When called terrorists, they remembered the Zafarnama, where Guru Gobind Singh Sahib told Aurangzeb, "You may think my sons are dead, but my Khalsa lives and will face you hand to hand." ਵੀ ਉਹਨਾਂ ਨੇ ਦਿੱਲੀ ਤਖਤ ਨੇ ਸਾਡਾ ਅਕਾਲ ਤਖਤ ਡਿਸਟਰੋਏ ਕੀਤਾ, ਪਰ ਸਿੱਖਾਂ ਨੇ ਇਹੀ ਨਹੀਂ ਕਿ ਵੀ ਉਹਨਾਂ ਦੀ ਪਰਮਿਸ਼ਨ ਨਹੀਂ ਲਈ, ਉਹਨਾਂ ਨੇ ਸਰਕਾਰ ਨੇ ਜਿਹੜਾ ਬਣਾਇਆ ਆਪਣੇ ਸਰਕਾਰੀ ਟੱਟੂਆਂ ਰਾਹੀਂ ਅਕਾਲ ਤਖਤ ਉਹਨੂੰ ਢਾਇਆ, ਉਹਨੂੰ ਕਿਹਾ ਵੀ ਅਸੀਂ ਬਣਾਵਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਨੇ ਜਦੋਂ ਸਾਨੂੰ ਦਹਿਸ਼ਤਗਰਦ ਦਾ ਲੇਬਲ ਲਾਇਆ, ਅਲਗਾਵਵਾਦੀ, ਉਗਰਵਾਦੀ, ਤੇ ਸਿੱਖ ਕੌਮ ਦੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਦੇ ਜ਼ਫਰਨਾਮੇ ਦੇ ਇਹ ਲਫ਼ਜ਼ ਉਹਨਾਂ ਦੀ ਅਗਵਾਈ ਕਰਦੇ ਸੀ ਕਿ ਤੂੰ ਸੋਚਦਾ ਹੋਵੇਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ ਨੇ, ਪਰ ਮੇਰਾ ਖਾਲਸਾ ਭੁਜੰਗ ਜਿਹੜਾ ਖੜਪਾ ਉਹ ਬਾਕੀ ਹੈ, ਔਰ ਉਹ ਤੈਨੂੰ ਦੱਸੇਗਾ ਕਿ ਵੀ ਇਨਸਾਫ ਔਰ ਸੱਚ ਕੀ ਹੁੰਦਾ ਹੈ। Across Delhi, Kanpur and Ganganagar, Sikhs defended life and sanctity. Women stood like Mai Pago of old, unarmed, unbroken. Others rebuilt brick by brick, prayer by prayer. ਕਿ ਇੱਕ ਪਾਸੇ ਸਿੰਘਾਂ ਨੇ ਮੁਕਾਬਲੇ ਵੀ ਕੀਤੇ, ਬੀਬੀਆਂ ਵੀ ਮਾਈ ਭਾਗੋ ਵਾਂਗ ਖਲੋਤੀਆਂ, ਔਰ ਇਸ ਸਾਰੀ ਤਬਾਹੀ, ਇਸ ਪੂਰੀ ਰੋਇਨ ਖੰਡਰਾਤ ਜੋ ਬਣਾਇਆ ਸੀ, ਉਹ ਸਾਰੇ ਚੋਂ ਵੀ ਸਿੱਖ ਇੱਕ ਸਟੈਪ ਬਾਈ ਸਟੈਪ, ਬ੍ਰਿਕ ਬਾਈ ਬ੍ਰਿਕ ਅਸੀਂ ਜ਼ਿੰਦਗੀ ਨੂੰ ਮੁੜ ਜਿਉਣਾ ਸ਼ੁਰੂ ਕੀਤਾ, ਮੁੜ ਜ਼ਿੰਦਗੀ ਨੂੰ ਉਸਾਰਿਆ। When Gurdwaras burnt, they remembered Anandpur's fall and rise. When justice was mocked, they remembered Guru Tegh Bahadur Ji before Aurangzeb's court. When hunted, they called Guru Arjan Dev Ji's calm on the hot plate and Guru Hargobind Sahib's sword of Miri Piri, spiritual and temporal courage as one. ਜਦੋਂ ਗੁਰਦੁਆਰਾ ਸਾਹਿਬਾਨ ਸਾੜੇ ਜਾ ਰਹੇ ਸੀ, ਸਿੱਖਾਂ ਦੇ ਸਾਹਮਣੇ ਸੀ ਕਿ ਅਨੰਦਪੁਰ ਸਾਹਿਬ ਵੀ ਕਿਵੇਂ ਇਵੇਂ ਉਜੜਿਆ ਸੀ, ਫਾਲ ਐਂਡ ਰਾਈਜ਼, ਅਸੀਂ ਫੇਰ ਉਸ ਅਨੰਦਪੁਰ ਨੂੰ ਉਸਾਰਿਆ। ਜਦੋਂ ਇਨਸਾਫ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ, ਸਿੱਖ ਕੌਮ ਦੇਖ ਰਹੀ ਸੀ ਕਿ ਕਦੇ ਇਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ, ਔਰੰਗਜ਼ੇਬ ਦਾ ਕੋਈ ਜਿਹੜਾ ਅਦਲ ਦਾ ਜਿਹੜਾ ਸਟੈਪ ਹੈ ਉਹਨੇ ਨਹੀਂ ਸੀ ਲਿਆ। ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਰਹੀ ਸੀ, ਲੋਹ ਤੇ ਬੈਠਿਆਂ ਦੀ, ਇਹ ਵੀ ਸਿੱਖ ਕੌਮ ਨੂੰ ਯਾਦ ਦਹਾਨੀ ਕਰਵਾ ਰਹੀ ਸੀ ਕਿ ਉਸ ਦਾ ਜਵਾਬ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਦਿੱਤਾ ਸੀ ਕਿ ਹੁਣ ਜੰਗ ਦੇ ਵਿੱਚ ਅਸੀਂ ਆਉਣਾ। ਹੁਣ ਇਹ ਇੱਕ ਆਸਪੈਕਟ, ਫਿਰ ਉਹਨਾਂ ਦਾ ਟਾਈਟਲ ਹੈ ਦੇ ਟਰਨਡ ਗ੍ਰੀਫ ਇਨਟੂ ਸਰਵਿਸ। ਵੀ ਇੱਕ ਪਾਸਾ ਹੈ ਕਿ ਵੀ ਤੁਸੀਂ ਜਿਹੜਾ ਉਹ ਜਿਸ ਨੂੰ ਕਹਿੰਦੇ ਨੇ ਕੀਰਨੇ ਪਾਓ ਜਾਂ ਵਿਰਲਾਪ ਕਰੀ ਜਾਓ ਜਾਂ ਸ਼ਿਕਾਇਤ ਔਰ ਅਫਸੋਸ 'ਚ ਰਹੋ, ਪਰ ਤੁਸੀਂ ਉਸ ਨੂੰ, ਜਿਵੇਂ ਇੱਕ ਸਿੱਖ ਸਕਾਲਰ ਨੇ ਕਿਹਾ ਸੀ ਕਿ ਜ਼ਖਮ ਨੂੰ ਸੂਰਜ ਬਣਾਓ, ਟਰਨ ਵੂੰਡ ਇਨਟੂ ਸਨ, ਔਰ ਉਹਨਾਂ ਨੇ ਕਿਹਾ ਦੇ ਟਰਨਡ ਗ੍ਰੀਫ ਇਨਟੂ ਸਰਵਿਸ। Sikhs around the world donated blood. Sikh nation Canada alone helping save over 200,000 lives. They fed millions during disasters and pandemics, even those descended from their persecutors. They carried truth to courts and parliaments, ensuring 1984 would one day be named what it was, a genocide. ਕਿ ਸਿੱਖਾਂ ਨੇ ਸੇਵਾ ਨੂੰ ਵੀ ਰਿਵੈਂਜ ਬਣਾਇਆ। 2 ਲੱਖ ਤੋਂ ਜ਼ਿਆਦਾ ਸਿੱਖ ਨੇਸ਼ਨ ਕੈਨੇਡਾ ਦੀ ਆਰਗੇਨਾਈਜੇਸ਼ਨ ਜਿਹਨੇ ਬਲੱਡ ਡੋਨੇਸ਼ਨ ਨਵੰਬਰ ਦੇ ਮਹੀਨੇ 'ਚ ਕਰਦੇ ਨੇ, ਉਹਨਾਂ ਨੇ 2 ਲੱਖ ਤੋਂ ਜ਼ਿਆਦਾ ਜ਼ਿੰਦਗੀਆਂ ਸੇਵ ਕੀਤੀਆਂ। ਇਹ ਰੈੱਡ ਕਰਾਸ ਦੀ ਫਿਗਰ ਹੈ, ਕੈਨੇਡੀਅਨ ਰੈੱਡ ਕਰਾਸ ਦੀ। ਮੁਸੀਬਤਾਂ ਵੇਲੇ, ਡਿਜ਼ਾਸਟਰ ਵੇਲੇ ਸਿੱਖਾਂ ਨੇ ਮਿਲੀਅਨਸ ਨੂੰ ਖਵਾਇਆ, ਔਰ ਈਵਨ ਜਿਨ੍ਹਾਂ ਨੇ ਜ਼ੁਲਮ ਕੀਤੇ ਸੀ ਉਹਨਾਂ ਦੇ ਲਈ ਵੀ ਗੁਰੂ ਕੇ ਲੰਗਰ, ਗੁਰੂ ਕੇ ਦਰਵਾਜ਼ੇ ਖੁੱਲ੍ਹੇ, ਉਹਨਾਂ ਨੂੰ ਵੀ ਸਰਵ ਕੀਤਾ। ਔਰ ਸੱਚ ਨੂੰ ਜਿਹੜਾ ਅੱਗੇ ਲਿਜਾਂਦੇ ਆ ਅਦਾਲਤਾਂ ਦੇ ਵਿੱਚ, ਪਾਰਲੀਮੈਂਟਸ ਦੇ ਵਿੱਚ, ਇਸ ਪਾਸੇ ਜਿਵੇਂ ਮਤੇ ਔਰ ਦੂਸਰੇ ਕਿ ਭਾਈ ਇਹਨੂੰ ਐਜ਼ ਏ ਸਿੱਖ ਜੈਨੋਸਾਈਡ ਰੈਕਗਨਾਈਜ਼ ਕੀਤਾ ਜਾਵੇ। From the ashes rose the spirit of ਚੜ੍ਹਦੀ ਕਲਾ, ever rising resilience. ਇਸ ਚੋਂ ਸਵਾਹ ਚੋਂ ਵੀ ਜਿਹੜਾ ਉਹ ਚੜ੍ਹਦੀ ਕਲਾ ਦੀ ਸਪਿਰਿਟ ਨਿਕਲੀ। The politics of silence. History repeated itself. ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਸੀ। 1984, ਰਾਜੀਵ ਗਾਂਧੀ said, when a big tree falls, the earth shakes. कि जब कोई बड़ा वृक्ष गिरता है, धरती कांपती है। 2002,
others claimed ਮੋਦੀ ਨੇ ਜੋ ਗੁਜਰਾਤ 'ਚ ਮੁਸਲਮਾਨਾਂ ਨਾਲ ਕੀਤਾ, they came to kill ਮੋਦੀ। ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਮੁਸਲਮਾਨਾਂ ਵਾਲੇ ਤਾਂ ਮੋਦੀ ਨੂੰ ਮਾਰ ਦੇਣਾ ਸੀ ਉਹਨਾਂ ਨੇ। ਝੂਠ ਜਿਹੜੀ ਹੈ। ਔਰ the same judge ਨਾਨਾਵਤੀ, ਜਿਹੜਾ ਨਾਨਾਵਤੀ ਕਮਿਸ਼ਨ ਜਿਹੜਾ ਅਟਲ ਬਿਹਾਰੀ ਵਾਜਪਾਈ ਨੇ ਨਵੰਬਰ 84 ਲਈ ਬਣਾਇਆ, ਉਹੀ 2002 ਦੀ ਮੁਸਲਮਾਨ ਵਿਰੋਧੀ ਹਿੰਸਾ ਲਈ ਸੀ। The same judge Nanavati led both inquiries. The same silence followed both. As former ATS chief GL Singhal told Rana Ayub, riots happened, Muslims were killed, benefit was taken. ਹੁਣ ਨਾਨਾਵਤੀ ਕਮਿਸ਼ਨ ਨੇ ਉਧਰ ਮੋਦੀ ਨੂੰ ਬਰੀ ਕੀਤਾ, ਉਧਰ ਰਾਜੀਵ ਗਾਂਧੀ ਨੂੰ ਬਰੀ ਕੀਤਾ। ਦੂਸਰੇ ਪਾਸੇ ਜਿਹੜਾ ਕਮਿਸ਼ਨ ਹੁਣ ਰਾਣਾ ਅਯੂਬ ਜਿਹਨੇ 2002 ਦੀਆਂ ਗੁਜਰਾਤ ਫਾਈਲਸ ਬਣਾਈਆਂ, ਕੱਲ੍ਹ ਹੀ ਉਹਦੇ ਬਾਰੇ ਨਿਊਜ਼ ਸੀ ਕਿ ਬਿਸ਼ਨੋਈ ਗੈਂਗ ਨੇ ਉਹਨੂੰ ਕਾਲ ਕਰਕੇ ਉਹਦੇ ਘਰ ਦਾ ਐਡਰੈਸ ਭੇਜਿਆ, ਉਹਨੂੰ ਕਿਹਾ ਤੇਰੇ ਮਾਪਿਓ ਇੱਥੇ ਰਹਿੰਦੇ ਨੇ, ਤੂੰ ਇੱਥੇ ਤੈਨੂੰ ਅਸੀਂ ਮਾਰ ਦੇਣਾ। ਹੁਣ ਉਹੀ ਰਾਣਾ ਅਯੂਬ ਜਿਹਦੀਆਂ ਗੁਜਰਾਤ ਫਾਈਲਸ ਕਿਸੇ ਨੇ ਪਬਲਿਸ਼ ਨਹੀਂ ਉੱਥੇ ਕੀਤੀਆਂ, ਜਿਹੜੇ ਉਸ ਪੀਰੀਅਡ ਦੇ ਵਿੱਚ ਇੱਕ ਬੜਾ ਨੈਟਵਰਕ ਨਿਕਲਿਆ ਸੀ ਕਿ ਜੀ ਇਹ ਹੁਣ ਸੱਚ ਦਾ ਇਨਕਸ਼ਾਫ ਕਰ ਰਹੇ ਨੇ ਜਾਂ ਦੂਜੇ ਕਰ ਰਹੇ ਨੇ। ਹੁਣ ਉਸ ਨੂੰ ਉਹਨਾਂ ਨੇ ਰੈਫਰ ਕੀਤਾ ਕਿ ਭਾਈ ਉਹਦਾ ਫਾਇਦਾ ਕਿਸੇ ਨੇ ਚੁੱਕਿਆ। ਫਾਇਦਾ ਤਾਂ ਇਹ ਹੋਇਆ ਕਿ ਮੋਦੀ ਨੇ ਹਜ਼ਾਰਾਂ ਮੁਸਲਮਾਨ ਮਾਰ ਕੇ ਹਿੰਦੂ ਹਿਰਦੇ ਸਮਰਾਟ ਬਣ ਗਏ, ਔਰ 2002 ਤੋਂ 12 ਸਾਲ ਬਾਅਦ 2014 'ਚ ਪ੍ਰਾਈਮ ਮਿਨਿਸਟਰ ਬਣ ਕੇ ਹੁਣ ਜਿਹੜਾ ਉਹ ਐਂ ਚੰਬੜਿਆ ਹੋਇਆ ਜਿਵੇਂ ਕੋਟ ਕਿਰਲੀ ਨੇ ਤੀਰ ਨੂੰ ਜੱਫਾ ਮਾਰਿਆ ਹੁੰਦਾ। And the benefits came. Congress record win in 1984, Modi's rise to power after 2002. Genocide is still not a legal offence in India. ਇਹ ਬਿਲਕੁਲ ਬੜੀ ਡੀਪ ਟੈਕਨੀਕਲ ਗੱਲ ਹੈ। ਭਾਰਤ ਦੇ ਵਿੱਚ ਕੋਈ ਐਸਾ ਕਾਨੂੰਨ ਨਹੀਂ ਹੈ ਜਿਹਦੇ 'ਚ ਕਿ ਜੈਨੋਸਾਈਡ ਨੂੰ ਜਿਹੜਾ ਉਹ offense ਮੰਨਿਆ ਜਾਂਦਾ। ਹੁਣ ਕਹਿਣ ਨੂੰ ਜਸਟਿਸ ਕੁਲਦੀਪ ਸਿੰਘ ਨੇ ਕਿਹਾ worse than the genocide, ਦੂਸਰਿਆਂ ਨੇ ਕਿਹਾ ਜੀ ਪਰ ਜੈਨੋਸਾਈਡ ਦਾ ਤਾਂ ਕੋਈ ਕਾਨੂੰਨ ਹੀ ਨਹੀਂ ਹੈ ਉੱਥੇ ਲਾਗੂ ਹੋਣ ਦਾ। ਜਦੋਂ ਇੰਟਰਨੈਸ਼ਨਲੀ ਐਫਰਟ ਹੁੰਦਾ ਫਿਰ ਚੀਕਾਂ ਮਾਰਦੇ ਨੇ ਕਿ ਜੀ ਉਹ ਆਪ ਕਹਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਉੱਥੇ ਅਕਾਊਂਟੇਬਿਲਟੀ ਨਹੀਂ ਹੈ। ਬਿਲਕੁਲ। No government has dared to change that. Why would they when silence brings votes? ਉਹਦੇ 'ਚੋਂ ਵੋਟਾਂ ਨਿਕਲਦੀਆਂ ਨੇ। ਕਨਕਲੂਜਨ 'ਚ ਹੈ the path forward। ਹੁਣ ਸਾਡੇ ਸਾਹਮਣੇ ਰਾਹ ਕੀ ਹੈ? A nation that rewards Bhishma's silence and Dronacharya's obedience cannot guarantee justice। ਵੀ ਅੱਜ ਵੀ ਭੀਸ਼ਮ ਪਿਤਾਮਾ ਮਹਾਨ ਹੈ ਔਰ ਦਰੋਣਾਚਾਰੀਆ ਸਪੋਰਟਸ ਦੇ ਅਵਾਰਡ, ਅਰਜਨ ਅਵਾਰਡ, ਦਰੋਣਾਚਾਰੀਆ ਅਵਾਰਡ ਵੀ ਜਿਨ੍ਹਾਂ ਨੇ ਬਿਲਕੁਲ ਗਲਤ ਸਾਹਿਤ ਅੱਜ ਵੀ ਉਹਨਾਂ ਦੇ ਹੀਰੋ ਨੇ। A nation that rewards Bhishma's silence and Dronacharya's obedience cannot guarantee justice. Expecting morality from those who thrive on division is still deception। ਕਿ ਤੁਸੀਂ ਆਪਣੇ ਧੋਖੇ 'ਚ ਰਹਿ ਰਹੇ ਹੋ ਜੇ ਤੁਹਾਨੂੰ ਲੱਗਦਾ ਵੀ ਇੱਥੋਂ ਤੁਹਾਨੂੰ ਇਨਸਾਫ ਮਿਲੇਗਾ ਜਾਂ ਇੱਥੋਂ ਤੁਹਾਡੇ ਨਾਲ ਜਿਹੜਾ ਹੈ ਉਹ ਜਸਟਿਸ ਹੋਏਗਾ। ਫॉर ਸਿਕਸ ਦਾ ਲੈਸਨ ਇਜ਼ ਕਲੀਅਰ। ਸਾਡੇ ਲਈ ਕਲੀਅਰ ਸਾਫ਼ ਮੈਸੇਜ ਹੈ। ਦਾ ਰੂਲਰਸ ਫੇਲਡ, ਦਾ ਕੋਰਟਸ ਫੇਲਡ, ਬਟ ਦਾ ਗੁਰੂਜ਼ ਵਿਜ਼ਨ ਨੈਵਰ ਡਿਡ। ਗੁਰੂ ਦੀ ਨਜ਼ਰ ਕਦੇ ਫੇਲ ਨਹੀਂ ਹੋਈ, ਕਦੇ ਫੇਲ ਨਹੀਂ ਹੁੰਦੀ। ਇਹ ਸਾਡਾ ਫੇਥ ਵੀ ਹੈ, ਸਾਡਾ ਕਵਚ ਵੀ ਹੈ, ਸਾਡੀ ਤਲਵਾਰ ਵੀ ਹੈ, ਸਾਡੀ ਢਾਲ ਵੀ ਹੈ। Only self-governance can ensure that no one else decides whether the Khalsa may live or die. ਇੱਕੋ ਇੱਕ ਰਾਹ self determination, self governance, ਖਾਲਿਸਤਾਨ। ਇਸ ਤੋਂ ਬਿਨਾਂ ਹੁਣ ਕੋਈ ਹੋਰ ਡਿਸਾਈਡ ਕਰੇਗਾ ਕਿ ਉਸ ਤੋਂ ਅਸੀਂ ਕਰਵਾਉਣਾ ਵੀ ਅਸੀਂ ਜਿਉਣਾ ਕਿ ਅਸੀਂ ਮਰਨਾ, ਅਸੀਂ ਕਿਸ ਤਰਜ਼ ਦੀ ਜ਼ਿੰਦਗੀ ਜਿਉਣੀ ਹੈ। Only self-governance can ensure that no one else decides whether the Khalsa may live or die, because the Guru taught, behold none as your enemy, fear none, bow before none, but the truth। ਪੈ ਕਾਹੂ ਕੋ ਦੇਤ ਨੇ ਨਾ ਪੈ ਮਾਨਤਾਨ। ਕਿਸੇ ਦੇ ਅੱਗੇ ਨਾ ਕਿਸੇ ਦਾ ਡਰ ਮੰਨਣਾ, ਨਾ ਕਿਸੇ ਨੂੰ ਡਰ ਦੇਣਾ। And that truth still resounds। ਜਿਹੜੀ ਸੱਚਾਈ ਹੈ ਉਹ ਐਕੋ ਕਰ ਰਹੀ ਹੈ ਸਾਰੇ ਬ੍ਰਹਿਮੰਡ ਦੇ ਵਿੱਚ, ਸਾਰੇ ਵਾਤਾਵਰਣ ਦੇ ਵਿੱਚ। ਉਹ ਇਹ ਹੈ, ਯੂ ਮੇ ਬਰਨ ਆਵਰ ਹੋਮਸ ਬਟ ਨਾਟ ਆਵਰ ਫੇਥ, ਯੂ ਮੇ ਸਾਇਲੈਂਸ ਆਵਰ ਕਰਾਈਜ਼ ਬਟ ਨਾਟ ਆਵਰ ਕੌਨਸ਼ੀਅੰਸ, ਦਾ ਖਾਲਸਾ ਲਿਵਸ ਐਂਡ ਸ਼ੈਲ ਫੋਰਐਵਰ ਰਾਈਜ਼ ਇਨ ਚੜ੍ਹਦੀ ਕਲਾ। ਕਿ ਤੁਸੀਂ ਸਾਡੇ ਘਰ ਸਾੜ ਸਕਦੇ ਹੋ,
ਪਰ ਸਾਡੇ ਵਿਸ਼ਵਾਸ ਨੂੰ ਨਹੀਂ ਡੁਲਾ ਸਕਦੇ। ਤੁਸੀਂ ਸਾਨੂੰ ਰੋਣ ਤੋਂ ਵੀ ਰੋਕ ਸਕਦੇ ਹੋ, ਪਰ ਅਸੀਂ ਬਾਜ਼ਮੀਰ ਹਾਂ, ਸਾਡੀ ਜ਼ਮੀਰ ਨੂੰ ਤੁਸੀਂ ਨਹੀਂ ਮਾਰ ਸਕਦੇ। ਖਾਲਸਾ ਹਮੇਸ਼ਾ ਹੈ, ਲਿਵਸ ਐਂਡ ਸ਼ੈਲ ਫੋਰਐਵਰ ਰਾਈਜ਼ ਇਨ ਚੜ੍ਹਦੀ ਕਲਾ। ਬਿਲਕੁਲ ਇਹੀ ਸਾਡਾ ਰਾਜ ਕਰੇਗਾ। ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਆ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।